एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਤੇ ਉਹਦਾ 6ਵਾਂ ਚੈਪਟਰ ਸਪਿਰਿਟ ਆਫ ਸਰਵਿਸ यानी ਸੇਵਾ ਦੀ ਭਾਵਨਾ। ऑब्जेक्टिव्स की ने उद्देश्य की ने इस चैप्टर दे। नंबर 1 to establish the spirit of service as a base of happy life। सेवा ਦੀ ਭਾਵਨਾ ਨੂੰ ਖੁਸ਼ਹਾਲ ਜੀਵਨ ਦੇ ਆਧਾਰ ਵਜੋਂ ਲੋਕਾਂ ਵਿੱਚ ਸਥਾਪਿਤ ਕਰਨਾ, ਬੱਚਿਆਂ ਵਿੱਚ ਲੈ ਕੇ ਆਣਾ, ਬੱਚਿਆਂ ਵਿੱਚ ਉਭਾਰਨਾ। Second, to cultivate the qualities of service, respect and sympathy in the minds of the students। ਬੱਚਿਆਂ ਦੇ ਮਨਾਂ ਦੇ ਵਿੱਚ ਸੇਵਾ, ਸਤਿਕਾਰ ਅਤੇ ਹਮਦਰਦੀ ਦੇ ਗੁਣਾਂ ਨੂੰ ਪੈਦਾ ਕਰਨਾ। Third, to give a healthy look to the society by instilling a spirit of service in the students। ਸੇਵਾ ਦੀ ਭਾਵਨਾ ਪੈਦਾ ਕਰਕੇ ਸਮਾਜ ਨੂੰ ਇੱਕ ਸਿਹਤਮੰਦ ਸਮਾਜ ਬਣਾਉਣਾ, ਇਹੀ ਵਿਦਿਆਰਥੀਆਂ ਤੋਂ ਉਮੀਦ ਕਰਦੇ ਹਾਂ। ਆ ਦੇਖੋ, ਲੋਕਾਂ ਦੀ ਮਦਦ ਕਰਨਾ, ਇਹ ਵਾਲੀ ਭਾਵਨਾ ਸਾਰਿਆਂ ਵਿਦਿਆਰਥੀਆਂ ਵਿੱਚ ਹੋਣੀ ਚਾਹੀਦੀ ਹੈ। ਚਲੋ ਚੈਪਟਰ ਪੜ੍ਹਦੇ ਹਾਂ। While living in the society, we are busy in some or the other work daily। ਸਮਾਜ ਵਿੱਚ ਰਹਿੰਦੇ ਹਾਂ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝੇ ਹੀ ਰਹਿੰਦੇ ਹਾਂ, ਇਹ ਤਾਂ ਸੱਚ ਹੈ। We get into some profession to earn money for our daily needs। ਤੇ ਅਸੀਂ ਆਪਣੀਆਂ ਰੋਜ਼ਾਨਾ ਲੋੜਾਂ ਲਈ ਪੈਸਾ ਕਮਾਉਣ ਦੇ ਲਈ ਕਿਸੇ ਪੇਸ਼ੇ ਦੇ ਵਿੱਚ ਆ ਜਾਂਦੇ ਹਾਂ, ਕੋਈ ਪੇਸ਼ਾ ਚੁਣ ਲੈਂਦੇ ਹਾਂ। Service is the task that is performed without expecting any income or any selfish motive, but is performed just for the well-being of others। ਤੇ ਸੇਵਾ ਉਹ ਕਾਰਜ ਹੈਗਾ ਜੋ ਬਿਨਾਂ ਕਿਸੇ ਆਮਦਨੀ ਜਾਂ ਕਿਸੇ ਸਵਾਰਥੀ ਉਮੀਦ ਤੋਂ ਕੀਤਾ ਜਾਂਦਾ ਹੈ, ਪਰ ਸਿਰਫ ਦੂਜਿਆਂ ਦੀ ਭਲਾਈ ਲਈ ਹੀ ਕੀਤਾ ਜਾਂਦਾ ਹੈ। The work done with the desire of getting anything in return cannot be called service। ਤੇ ਬਦਲੇ ਵਿੱਚ ਕੁਝ ਲੈਣ ਜਾਂ ਪ੍ਰਾਪਤ ਜਾਂ ਹਾਸਲ ਕਰਨ ਦੀ ਇੱਛਾ ਨਾਲ ਕੀਤੇ ਗਏ ਕੰਮ ਨੂੰ ਸੇਵਾ ਨਹੀਂ ਕਿਹਾ ਜਾ ਸਕਦਾ। When we help an elderly person, a helpless or a needy person without any expectations ਇੱਥੇ ਆਏਗਾ in return, this sort of help takes the form of service। ਜਦੋਂ ਅਸੀਂ ਕਿਸੇ ਬਜ਼ੁਰਗ ਜਾਂ ਆਪਾਂ ਕਹਿ ਸਕਦੇ ਹਾਂ ਬੇਸਹਾਰਾ ਜਾਂ ਲੋੜਵੰਦ ਦੀ ਬਿਨਾਂ ਕਿਸੇ ਉਮੀਦ ਤੋਂ ਮਦਦ ਕਰਦੇ ਹਾਂ, ਤਾਂ ਇਸ ਤਰ੍ਹਾਂ ਦੀ ਮਦਦ ਸੇਵਾ ਦਾ ਰੂਪ ਧਾਰ ਲੈਂਦੀ ਹੈ। Service is a unique feeling that gives immense happiness and a sense of satisfaction। ਸੇਵਾ ਇੱਕ ਵਿਲੱਖਣ ਭਾਵਨਾ ਹੈ ਜੋ ਬੇਅੰਤ ਖੁਸ਼ੀ ਅਤੇ ਸੰਤੁਸ਼ਟੀ ਦੀ ਭਾਵਨਾ ਦਿੰਦੀ ਹੈ। Having a spirit of service for others leads to happiness and prosperity। ਤੇ ਦੂਸਰਿਆਂ ਦੀ ਸੇਵਾ ਦੀ ਭਾਵਨਾ ਰੱਖਣਾ ਦੂਜਿਆਂ ਦੇ ਲਈ ਇਸ ਦੇ ਨਾਲ ਖੁਸ਼ੀ ਵੀ ਮਿਲਦੀ ਹੈ ਤੇ ਨਾਲ ਦੀ ਨਾਲ ਤਰੱਕੀ ਵੀ ਆਉਂਦੀ ਹੈ। Just like the rose plants that always spread fragrance despite being filled with thorns, the sense of service makes a society fragrant। ਜਿਵੇਂ ਗੁਲਾਬ ਦੇ ਪੌਦੇ ਜੋ ਕਿ ਕੰਡਿਆਂ ਦੇ ਨਾਲ ਭਰਿਆ ਹੁੰਦਾ ਹੈ, ਉਸ ਦੇ ਬਾਵਜੂਦ ਉਹ ਹਮੇਸ਼ਾ ਖੁਸ਼ਬੂ ਫੈਲਾਉਂਦਾ ਹੈਗਾ, ਉਸੇ ਤਰ੍ਹਾਂ ਸੇਵਾ ਜਿਹੜੀ ਹੈ ਸਮਾਜ ਨੂੰ ਵਧੀਆ, ਖੁਸ਼ਹਾਲ ਤੇ ਖੁਸ਼ਬੂਦਾਰ ਬਣਾਉਂਦੀ ਹੈਗੀ ਹੈ। ਇੱਥੇ ਇੱਕ ਐਕਟੀਵਿਟੀ ਦਿੱਤੀ ਗਈ ਹੈ, ਬਰੀਫ ਸਟੋਰੀ ਟੈਲਿੰਗ। ਸੰਖੇਪ ਦੇ ਵਿੱਚ ਕਹਾਣੀ ਦੱਸੀ ਗਈ ਹੈ। ਸੁਮਿਤ, a 10-year-old boy, returned home after playing with his friends। 10 ਸਾਲ ਦਾ ਸੁਮਿਤ ਆਪਣੇ ਦੋਸਤਾਂ ਦੇ ਨਾਲ ਖੇਡ ਕੇ ਘਰ ਵਾਪਸ ਆਇਆ, ਘਰ ਪਰਤਿਆ। When he entered the room, he saw some blood spots। ਤੇ ਜਦੋਂ ਉਹ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਉਸਨੇ ਕੁਝ ਖੂਨ ਦੇ ਨਿਸ਼ਾਨ ਦੇਖੇ। He got frightened and called his mother। ਉਸਨੇ ਘਬਰਾ ਕੇ ਆਪਣੀ ਮਾਂ ਨੂੰ ਬੁਲਾਇਆ, ਆਪਣੀ ਮਾਤਾ ਜੀ ਨੂੰ ਆਵਾਜ਼ ਦਿੱਤੀ। They both got scared and looked around and found a sparrow in one of the corner of the room। ਉਹ ਦੋਵੇਂ ਡਰ ਗਏ ਅਤੇ ਆਲੇ ਦੁਆਲੇ ਜਦ ਦੇਖਿਆ ਤਾਂ ਕਮਰੇ ਦੇ ਕੋਨੇ ਦੇ ਵਿੱਚ ਇੱਕ ਚਿੜੀ ਉਹਨਾਂ ਨੂੰ ਮਿਲੀ। Actually, the sparrow had been accidentally hit by a spinning ceiling fan and injured its legs। ਦਰਅਸਲ ਚਿੜੀ ਅਚਾਨਕ ਘੁੰਮਦੇ ਹੋਏ ਛੱਤ ਵਾਲੇ ਪੱਖੇ ਦੇ ਨਾਲ ਟਕਰਾ ਗਈ ਸੀ
ਅਤੇ ਉਸ ਦੀਆਂ ਲੱਤਾਂ ਜ਼ਖਮੀ ਹੋ ਗਈਆਂ ਸਨ। It was crying with pain ਤੇ ਦਰਦ ਦੇ ਨਾਲ ਰੋ ਰਹੀ ਸੀ ਉਹ ਚਿੜੀ। Sumit's heart melted. ਸੁਮਿਤ ਦਾ ਦਿਲ ਪਿਘਲ ਗਿਆ। He quickly fetched the first aid box and treated the sparrow according to his understanding. ਤੇ ਉਹ ਝੱਟ ਦੇ ਨਹੀਂ ਫਰਸਟ ਏਡ ਬਾਕਸ ਲੈ ਕੇ ਆਇਆ ਤੇ ਆਪਣੀ ਸਮਝ ਅਨੁਸਾਰ ਚਿੜੀ ਦਾ ਉਹਨੇ ਇਲਾਜ ਕੀਤਾ। He cleaned the wound and gave it water to drink. ਉਸਨੇ ਜ਼ਖਮ ਨੂੰ ਸਾਫ਼ ਕੀਤਾ ਅਤੇ ਚਿੜੀ ਨੂੰ ਪੀਣ ਦੇ ਲਈ ਪਾਣੀ ਦਿੱਤਾ। He gave it some small crumbs of bread also to eat. ਤੇ ਉਸਨੇ ਰੋਟੀ ਜਾਂ ਬ੍ਰੈਡ ਦੇ ਛੋਟੇ-ਛੋਟੇ ਜਿਹੜੇ ਟੁਕੜੇ ਹੁੰਦੇ ਨੇ ਉਹ ਵੀ ਉਸਨੂੰ ਖਾਣ ਦੇ ਲਈ ਦਿੱਤੇ। Now Sumit took good care of it. ਹੁਣ ਸੁਮਿਤ ਨੇ ਚੰਗੀ ਤਰ੍ਹਾਂ ਉਸਦੀ ਸੰਭਾਲ ਕੀਤੀ, ਦੇਖਭਾਲ ਕੀਤੀ। The sparrow started moving a little bit in a day or two. ਤੇ ਚਿੜੀ ਇੱਕ ਦੋ ਦਿਨਾਂ ਦੇ ਵਿੱਚ ਥੋੜੀ ਹਿੱਲਣ ਲੱਗ ਪਈ। It started flying within 4 days. ਤੇ ਇਹ 4 ਦਿਨਾਂ ਦੇ ਵਿੱਚ ਹੀ ਉਹਨੇ ਉੜਨਾ ਵੀ ਸ਼ੁਰੂ ਕਰ ਦਿੱਤਾ। There was a unique brightness in the eyes of Sumit and his heart was fully satisfied. ਸੁਮਿਤ ਦੀਆਂ ਅੱਖਾਂ ਦੇ ਵਿੱਚ ਇੱਕ ਅਨੋਖੀ ਜੀ ਚਮਕ ਸੀ ਤੇ ਉਸ ਦਾ ਮਨ ਪੂਰੇ ਤਰੀਕੇ ਦੇ ਨਾਲ ਸੰਤੁਸ਼ਟ ਸੀ। ਵਧੀਆ ਗੱਲ ਹੈਗੀ ਹੈ, ਮਦਦ ਕੀਤੀ ਉਹਨੇ। ਹੁਣ ਇੱਥੇ ਸਵਾਲ ਪੁੱਛੇ ਗਏ ਨੇ, do you agree that? Write down yes or no. ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਹੈ। ਜਿਵੇਂ ਪਹਿਲਾ ਸਵਾਲ ਹੈ, we can serve others only with money. ਅਸੀਂ ਸਿਰਫ ਪੈਸੇ ਦੇ ਨਾਲ ਹੀ ਦੂਜਿਆਂ ਦੀ ਸੇਵਾ ਕਰ ਸਕਦੇ ਹਾਂ। ਮੈਂ ਲਿਖਿਆ no. Spirit of service gives self-satisfaction. ਸੇਵਾ ਦੀ ਭਾਵਨਾ ਜਿਹੜੀ ਹੈ ਉਹ ਆਤਮ ਸੰਤੁਸ਼ਟੀ ਦਿੰਦੀ ਹੈ, ਤਸੱਲੀ ਦਿੰਦੀ ਹੈ। yes, ਹਾਂਜੀ। To do a service, special people and special place are required. ਇੱਥੇ ਆਏਗਾ is required. ਵੀ ਸੇਵਾ ਕਰਨ ਦੇ ਲਈ ਖਾਸ ਲੋਕ ਤੇ ਵਿਸ਼ੇਸ਼ ਸਥਾਨ ਦੀ ਲੋੜ ਹੁੰਦੀ ਹੈ। ਏਦਾਂ ਨਹੀਂ ਹੈ, ਕਿਤੇ ਵੀ ਸੇਵਾ ਕੀਤੀ ਜਾ ਸਕਦੀ ਹੈ। Fourth, one should have spirit of service for the birds and animals also. ਪੰਛੀਆਂ ਤੇ ਜਾਨਵਰਾਂ ਦੀ ਸੇਵਾ, ਉਹਨਾਂ ਦੇ ਲਈ ਸੇਵਾ ਭਾਵਨਾ ਵੀ ਹੋਣੀ ਚਾਹੀਦੀ ਹੈ। ਮੈਂ ਲਿਖਿਆ yes. Human beings deprived of spirit of service are hard-hearted. ਸੇਵਾ ਦੀ ਭਾਵਨਾ ਤੋਂ ਜਿਹੜੇ ਵਾਂਝੇ ਹੋ ਜਾਂਦੇ ਨਾ ਮਨੁੱਖ, ਜਾਂ ਵਾਂਝੇ ਰਹਿ ਜਾਂਦੇ ਨੇ ਮਨੁੱਖ, ਉਹ ਥੋੜੇ ਕਠੋਰ ਦਿਲ ਦੇ ਹੋ ਜਾਂਦੇ ਨੇ। ਮੈਂ ਲਿਖਿਆ yes ਕਿਉਂਕਿ ਉਹਨਾਂ ਵਿੱਚ ਭਾਵਨਾ ਹੀ ਨਹੀਂ ਰਹਿੰਦੀ ਕੋਈ ਵੀ ਮਦਦ ਕਰੀਏ ਕਿਸੇ ਦੀ। Sumit did a great service by helping the bird. ਸੁਮਿਤ ਨੇ ਪੰਛੀ ਦੀ ਮਦਦ ਕਰਕੇ ਬਹੁਤ ਵੱਡੀ ਸੇਵਾ ਕੀਤੀ। yes. ਦੂਜਾ ਸਵਾਲ, if you were at his place, what you would do? Justify your action. ਜੇ ਤੁਸੀਂ ਉਸਦੀ ਜਗ੍ਹਾ ਹੁੰਦੇ, ਉਸਦੀ ਥਾਂ ਹੁੰਦੇ ਤਾਂ ਤੁਸੀਂ ਕੀ ਕਰਦੇ ਤੇ ਜੋ ਵੀ ਕਰਦੇ ਉਹਨੂੰ ਜਸਟੀਫਾਈ ਕਰੋ ਵੀ ਕਿਉਂ ਕਰਦੇ ਤੇ ਕਿਵੇਂ ਕਰਦੇ। ਤੇ ਮੈਂ ਇੱਥੇ ਆਨਸਰ ਲਿਖਿਆ, if I were at Sumit's place, ਜੇਕਰ ਮੈਂ ਸੁਮਿਤ ਦੀ ਥਾਂ ਤੇ ਹੁੰਦਾ, even I would have helped the bird. ਤੇ ਮੈਂ ਵੀ ਪੰਛੀ ਦੀ ਮਦਦ ਕੀਤੀ ਹੁੰਦੀ ਜਾਂ ਮਦਦ ਕਰਦਾ as he did, ਜਿਵੇਂ ਉਹਨੇ ਕੀਤੀ, because helping those creatures gives you satisfaction and internal joy. ਕਿਉਂਕਿ ਇਹਨਾਂ ਪ੍ਰਾਣੀਆਂ ਦੀ ਮਦਦ ਕਰਕੇ ਤੁਹਾਨੂੰ ਸੰਤੁਸ਼ਟੀ ਵੀ ਮਿਲਦੀ ਹੈ ਤੇ ਨਾਲ ਦੀ ਨਾਲ ਅੰਦਰੂਨੀ ਖੁਸ਼ੀ ਵੀ ਮਿਲਦੀ ਹੈ। ਅੱਗੇ ਚੱਲਦੇ ਹਾਂ। ਇੱਕ ਹੋਰ ਐਕਟੀਵਿਟੀ ਦਿੱਤੀ ਗਈ ਹੈ, ਮੇਨਟੇਨੈਂਸ ਆਫ ਦ ਪਾਰਕ, ਯਾਨੀ ਕਿ ਪਾਰਕ ਦੀ ਦੇਖਭਾਲ ਕਰਨਾ ਜਾਂ ਰੱਖ ਰਖਾਵ। The teacher will take the students to the school park or to the flower pots. ਅਧਿਆਪਕ ਵਿਦਿਆਰਥੀਆਂ ਨੂੰ ਸਕੂਲ ਦੇ ਪਾਰਕ ਲੈ ਕੇ ਜਾਣਗੇ ਜਾਂ ਫੁੱਲਾਂ ਦਾ ਜਿਹੜਾ ਗਮਲੇ ਹੁੰਦੇ ਨੇ ਨਾ ਇਕੱਠੇ ਪਏ ਹੁੰਦੇ ਨੇ ਉੱਥੇ ਲੈ ਕੇ ਜਾਣਗੇ। The students will be instructed to clean the park and water the plants according to their understanding. ਵਿਦਿਆਰਥੀਆਂ ਨੂੰ ਆਪਣੀ ਸਮਝ ਅਨੁਸਾਰ ਪਾਰਕ ਦੀ ਸਫਾਈ ਜਾਂ ਪੌਦਿਆਂ ਨੂੰ ਪਾਣੀ ਦੇਣ ਦੇ ਲਈ ਕਿਹਾ ਜਾਏਗਾ। ਉਹਨਾਂ ਨੂੰ ਹਦਾਇਤ ਦਿੱਤੀ ਜਾਊਗੀ ਵੀ ਜਿਵੇਂ ਤੁਹਾਨੂੰ ਸਮਝ ਆਉਂਦਾ ਉਵੇਂ ਇਹਨੂੰ ਠੀਕ ਕਰੋ। Students will divide themselves into groups. ਤੇ ਵਿਦਿਆਰਥੀ ਆਪਣੇ ਆਪ ਨੂੰ ਸਮੂਹਾਂ ਵਿੱਚ ਵੰਡ ਲੈਣਗੇ। Some of them will collect the scattered leaves and put them into the dustbin. ਤੇ ਕੁਝ ਜਿਹੜੇ ਵਿਦਿਆਰਥੀ ਨੇ ਉਹ ਜਿਹੜੇ ਖਿਲਰੇ ਹੋਏ ਪੱਤੇ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਕੂੜੇਦਾਨ ਦੇ ਵਿੱਚ ਪਾ ਦੇਣਗੇ। Some of them will clean the weeds in the beds with the help of a rake.
ਤੇ ਕੁਝ ਖੁਰਪੇ ਦੇ ਨਾਲ ਜਿਹੜੇ ਅਨਵਾਂਟਡ ਪਲਾਂਟਸ ਹੁੰਦੇ ਨੇ, ਐਕਸਟਰਾ ਪਲਾਂਟਸ ਹੁੰਦੇ ਨੇ ਨਾ, ਜਾਂ ਜੰਗਲੀ ਬੂਟੇ ਹੁੰਦੇ ਨੇ, ਉਸ ਦੇ ਨਾਲ ਉਸ ਦੀ ਖੁਰਪਾਈ ਕਰਕੇ ਉਹਨੂੰ ਬਾਹਰ ਕੱਢ ਦੇਣਗੇ। They will clean the park well and water the plants। ਉਹ ਚੰਗੀ ਤਰੀਕੇ ਦੇ ਨਾਲ ਪਾਰਕ ਦੀ ਸਫਾਈ ਕਰਨਗੇ ਤੇ ਨਾਲ ਦੀ ਨਾਲ ਬੂਟਿਆਂ ਨੂੰ ਪਾਣੀ ਵੀ ਦੇਣਗੇ। thus giving the plants a new lease of life। ਤੇ ਇਸ ਤਰ੍ਹਾਂ ਪੌਦਿਆਂ ਨੂੰ ਇੱਕ ਨਵਾਂ ਜੀਵਨ ਜਿਹੜਾ ਹੈ ਉਹ ਪ੍ਰਦਾਨ ਕਰਨਗੇ। It will be a sense of service for nature in the real sense of the term। ਤੇ ਅਸਲ ਦੇ ਵਿੱਚ ਇਹ ਜਿਹੜੀ ਸਰਵਿਸ ਹੈ, ਸੇਵਾ ਦੀ ਭਾਵਨਾ ਹੈਗੀ ਹੈ, ਇਹ ਜਿਹੜਾ ਕੰਮ ਬੱਚੇ ਕਰਨਗੇ ਅਸਲ ਦੇ ਵਿੱਚ ਇਹ ਕੁਦਰਤ ਦੀ ਸੇਵਾ ਹੋਏਗੀ। ਠੀਕ ਹੈ, ਅਸਲ ਅਰਥ ਦੇ ਵਿੱਚ ਸੇਵਾ ਹੋਏਗੀ। ਅੱਗੇ ਵਰਕਸ਼ੀਟ ਦਿੱਤੀ ਹੋਈ ਹੈ, ਕੁਝ ਸਵਾਲ ਪੁੱਛੇ ਗਏ ਨੇ। ਜਿਵੇਂ ਪਹਿਲਾ ਸਵਾਲ ਹੈ, how did they feel about this spirit of service for the plants। ਪੌਦਿਆਂ ਦੀ ਸੇਵਾ ਦੇ ਇਸ ਜਜ਼ਬੇ ਬਾਰੇ ਉਹਨਾਂ ਨੂੰ ਕਿਵੇਂ ਦਾ ਲੱਗਿਆ? ਤੇ ਮੈਂ ਇੱਥੇ ਆਨਸਰ ਲਿਖਿਆ, they felt very nice। ਉਹਨਾਂ ਨੂੰ ਬਹੁਤ ਚੰਗਾ ਲੱਗਿਆ। ਜੇ 2-4 ਹੋਰ ਲਾਈਨਾਂ ਤੁਸੀਂ ਲਿਖ ਸਕਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ। ਦੂਜਾ ਸਵਾਲ, what does it feel like to be in a natural environment। ਕੁਦਰਤੀ ਵਾਤਾਵਰਣ ਦੇ ਵਿੱਚ ਹੋਣ ਦਾ ਜਾਂ ਹੋਣ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ? It feels very nice to be in a natural environment। ਕੁਦਰਤੀ ਵਾਤਾਵਰਣ ਵਿੱਚ ਰਹਿਣ ਦੇ ਨਾਲ ਬੰਦੇ ਨੂੰ ਬਹੁਤ ਵਧੀਆ ਲੱਗਦਾ ਹੈ, ਵਧੀਆ ਮਹਿਸੂਸ ਹੁੰਦਾ ਹੈ। ਤੀਜਾ, what will happen if the plants are not watered। ਇੱਥੇ ਆਏਗਾ on time। ਜੇਕਰ ਪੌਦਿਆਂ ਨੂੰ ਸਮੇਂ ਸਿਰ ਪਾਣੀ ਨਾ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਂਦਾ ਤਾਂ ਫਿਰ ਕੀ ਹੋਏਗਾ? The plants can die। ਪੌਦੇ ਖਤਮ ਹੋ ਸਕਦੇ ਨੇ। What do trees provide us। ਰੁੱਖ ਸਾਨੂੰ ਕੀ ਦਿੰਦੇ ਨੇ? Trees provide shade, fruits, oxygen, vegetables and many more useful things। ਰੁੱਖ ਸਾਨੂੰ ਛਾਂ, ਫਲ, ਆਕਸੀਜਨ, ਸਬਜ਼ੀਆਂ ਤੇ ਹੋਰ ਬਹੁਤ ਸਾਰੀਆਂ ਲਾਭਦਾਇਕ ਚੀਜ਼ਾਂ ਪ੍ਰਦਾਨ ਕਰਦੇ ਨੇ। Fifth, can we live without trees। ਕੀ ਅਸੀਂ ਰੁੱਖਾਂ ਬਿਨਾਂ ਰਹਿ ਸਕਦੇ ਹਾਂ? No, we cannot live without trees। ਆਕਸੀਜਨ ਕਿੱਥੋਂ ਮਿਲੂਗੀ ਫਿਰ ਸਾਨੂੰ? ਖਾਣਾ ਕਿੱਥੋਂ ਮਿਲੂਗਾ? ਤੇ ਅਸੀਂ ਨਹੀਂ ਰਹਿ ਸਕਦੇ। ਛੇਵਾਂ ਸਵਾਲ ਹੈਗਾ, what kind of tender feelings are generated by serving mother। ਮਾਂ ਦੀ ਸੇਵਾ ਕਰਨ ਦੇ ਨਾਲ ਕਿਹੋ ਜੀਆਂ ਵਧੀਆ ਭਾਵਨਾਵਾਂ ਪੈਦਾ ਹੁੰਦੀਆਂ ਨੇ? fill in the blanks given below in the following picture। ਜਿਵੇਂ ਮੰਮੀ ਤੁਹਾਡੀ ਮਦਦ ਕਰਦੇ ਨੇ, ਹੈ ਨਾ, ਉਵੇਂ ਹੀ ਇੱਥੇ ਪੁੱਛਿਆ ਗਿਆ ਹੈ ਵੀ ਕਿਹੇ ਜੀ ਫੀਲਿੰਗਸ ਜਨਰੇਟ ਹੁੰਦੀ ਹੈ ਜਦ ਤੁਸੀਂ ਭਾਵਨਾਵਾਂ ਆਉਂਦੀਆਂ ਨੇ ਜਦ ਤੁਸੀਂ ਮੰਮੀ ਦੀ ਸੇਵਾ ਕਰਦੇ ਹੋ। ਇੱਥੇ ਲਿਖਿਆ ਸਪਿਰਿਟ ਆਫ ਸਰਵਿਸ, ਸੇਵਾ ਦੀ ਭਾਵਨਾ। ਤੇ ਇੱਥੇ 6ਵੇਂ ਸਵਾਲ ਦਾ ਮੈਂ ਆਨਸਰ ਲਿਖਿਆ ਹੈ, ਫੀਲਿੰਗ ਆਫ ਲਵ, ਪਿਆਰ ਦੀ ਭਾਵਨਾ। ਸੈਂਸ ਆਫ ਬਿਲੋਂਗਿੰਗ, ਮਤਲਬ ਅਸੀਂ ਇੱਕੋ ਹੈਗੇ ਹਾਂ, ਉਹ ਜਿਹੀ ਭਾਵਨਾ ਆਉਂਦੀ ਹੈ। ਸਿੰਪਥੀ, ਹਮਦਰਦੀ। ਸੈਂਸ ਆਫ ਸੈਕਰੀਫਾਈਸ, ਜਿਵੇਂ ਮੰਮੀ ਸਾਡੇ ਲਈ ਇੰਨੀ ਕੁਰਬਾਨੀਆਂ ਦਿੰਦੇ ਨੇ, ਜਦ ਅਸੀਂ ਉਹਨਾਂ ਲਈ ਕੁਝ ਵਧੀਆ ਕਰਦੇ ਨੇ ਤਾਂ ਸਾਨੂੰ ਵੀ ਇਹੋ ਜਿਹਾ ਲੱਗਦਾ ਵੀ ਅੱਛਾ ਕਰ ਰਹੇ ਹਾਂ। ਵਿਲਿੰਗਨੈਸ ਟੂ ਹੈਲਪ, ਇੱਕ ਭਾਵਨਾ ਆਉਂਦੀ ਹੈ ਵੀ ਹਾਂਜੀ ਅਸੀਂ ਤਿਆਰ ਹੈਗੇ ਹਾਂ ਮਦਦ ਕਰਨ ਦੇ ਲਈ। ਸੈਂਸ ਆਫ ਰਿਲੀਫ, ਯਾਨੀ ਇੱਕ ਵਧੀਆ ਮਹਿਸੂਸ ਹੁੰਦਾ ਵੀ ਹਾਂ ਟੈਨਸ਼ਨ ਖਤਮ ਹੋ ਜਾਂਦੀ ਜਦ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਤੇ ਖਾਸ ਤੌਰ ਤੇ ਜਦੋਂ ਤੁਹਾਡੇ ਆਪਣੇ ਮੰਮੀ ਹੁੰਦੇ ਨੇ, ਕਿਉਂਕਿ ਉਹ ਤਾਂ ਸਾਰਾ ਦਿਨ ਤੁਹਾਡੇ ਪਿੱਛੇ ਪਿੱਛੇ ਲੱਗੇ ਰਹਿੰਦੇ ਨੇ, ਹੈ ਕਿ ਨਹੀਂ? The purpose of the above activities is to enable the students to understand their responsibilities towards their elders, parents, teachers, society, birds, animals, environment, etc। ਉਪਰੋਕਤ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਸੇਵਾ ਭਾਵਨਾ ਦੇ ਨਾਲ ਜੋੜਨਾ ਹੈਗਾ। ਬੇਸ਼ੱਕ ਉਹ ਸੇਵਾ ਭਾਵਨਾ ਜਾਂ ਉਹ ਜ਼ਿੰਮੇਦਾਰੀ ਉਹਨਾਂ ਦੇ ਵੱਡਿਆਂ ਪ੍ਰਤੀ ਹੋਏ, ਉਹਨਾਂ ਦੇ ਮਾਪਿਆਂ ਪ੍ਰਤੀ ਹੋਏ, ਅਧਿਆਪਕਾਂ, ਸਮਾਜ, ਪੰਛੀ, ਜਾਨਵਰਾਂ, ਵਾਤਾਵਰਣ, ਕਿਸੇ ਵੀ ਪ੍ਰਤੀ ਹੋਏ। by making them aware of the meaning of spirit of service। ਇਹ ਕਿਵੇਂ ਹੋ ਸਕਦਾ ਹੈ ਕਿ ਇਹ ਜ਼ਿੰਮੇਦਾਰੀ ਉਹ ਸਮਝਣ, ਉਹ ਤਦ ਸਮਝਣਗੇ ਜਦ ਅਸੀਂ ਉਹਨਾਂ ਨੂੰ ਸਪਿਰਿਟ ਆਫ ਸਰਵਿਸ, ਸੇਵਾ ਦੀ ਭਾਵਨਾ ਦਾ ਮਤਲਬ ਕੀ ਹੁੰਦਾ ਉਹਦੇ ਬਾਰੇ ਜਾਗਰੂਕ ਕਰਾਂਗੇ। and not to miss the opportunity of serving others wherever possible। ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਸਮਝਾਵਾਂਗੇ ਵੀ ਜਿੱਥੇ ਵੀ ਮੌਕਾ ਮਿਲੇ ਉੱਥੇ ਹੀ ਲੋਕਾਂ ਦੀ ਸੇਵਾ ਕਰੋ, ਉਹ ਭਾਵਨਾ ਨੂੰ ਛੱਡੋ ਨਾ। It must be embedded in their mind that obeying their parents and teachers is the same as serving them।
ਤੇ ਇਹ ਗੱਲ ਉਹਨਾਂ ਦੇ ਮਨ ਦੇ ਵਿੱਚ ਵਸਾਈ ਜਾਣੀ ਚਾਹੀਦੀ ਹੈ ਕਿ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਕਹਿਣਾ ਮੰਨਣਾ ਉਹਨਾਂ ਦੀ ਸੇਵਾ ਕਰਨ ਦੇ ਬਰਾਬਰ ਹੀ ਹੈਗਾ। ਇਹ ਗੱਲ ਤੁਸੀਂ ਵੀ ਧਿਆਨ ਰੱਖਿਓ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਰਵਿਸ ਦਾ ਮਤਲਬ ਪਤਾ ਲੱਗ ਗਿਆ ਹੋਵੇਗਾ ਤੇ ਇਹ ਸੀਗਾ ਪਹਿਲਾ ਪਾਰਟ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਕਮੈਂਟਸ ਜ਼ਰੂਰ ਦੱਸਿਓ। ਆਪਾਂ ਫੇਰ ਮਿਲਾਂਗੇ। ਚਲ ਦੈਨ ਟੇਕ ਕੇਅਰ, ਬਾਏ ਬਾਏ।